ਹਾਏ 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 ਹਾਏ। ਸਿਆਣੇ ਸਹੀ ਕਹਿੰਦੇ ਆ ਕਿ ਅਗਰ ਸਿਆਣੇ ਬੰਦਿਆਂ ਦੇ ਵਿੱਚ ਬੈਠੋ ਨਾ, ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਨਾ ਤੁਹਾਨੂੰ ਸਿੱਖਣ ਨੂੰ ਮਿਲਦੀਆਂ। ਔਰ ਇਸੇ ਤਰ੍ਹਾਂ ਕਿੰਨੇ ਸਿਆਣਿਆਂ ਦੇ ਨਾਲ ਤੇ ਆਪਣੇ ਜਿਹੜੇ ਉਸਤਾਦ ਹੁੰਦੇ ਆ ਉਹਨਾਂ ਦੇ ਨਾਲ ਹਮੇਸ਼ਾ ਇਨਸਾਨ ਨੂੰ ਅਟੈਚ ਰਹਿਣਾ ਚਾਹੀਦਾ। ਔਰ ਜਿੰਨੀ ਦੇਰ ਇਨਸਾਨ ਆਪਣੇ ਮਤਲਬ ਬਜ਼ੁਰਗਾਂ ਦੇ ਨਾਲ ਜਾਂ ਆਪਣੇ ਉਸਤਾਦਾਂ ਦੇ ਨਾਲ ਅਟੈਚ ਰਹਿੰਦਾ ਨਾ, ਉਨੀ ਦੇਰ ਇਨਸਾਨ ਕੋਈ ਵੀ ਹੈ ਨਾ, ਮੈਂ ਆ ਜਾਂ ਤੁਸੀਂ ਆ, ਕਦੀ ਨਾ ਮਤਲਬ ਕਿਸੇ ਵੀ ਪੁਆਇੰਟ ਤੇ ਜਾ ਕੇ ਨਾ ਤੁਸੀਂ ਕਿਸੇ ਕੋ ਧੋਖਾ ਨਹੀਂ ਖਾ ਸਕਦੇ। ਕਿਉਂਕਿ ਜਦੋਂ ਆਪਣੇ ਬਜ਼ੁਰਗਾਂ ਦੇ ਨਾਲ, ਆਪਣੇ ਉਸਤਾਦਾਂ ਦੇ ਨਾਲ, ਆਪਣੇ ਤੋਂ ਯਾਨੀ ਕਿ ਐਕਸਪੀਰੀਅੰਸ ਜਿਨ੍ਹਾਂ ਦਾ ਜ਼ਿਆਦਾ, ਉਹਨਾਂ ਦੇ ਨਾਲ ਜਿੰਨੀ ਦੇਰ ਤੁਸੀਂ ਅਟੈਚ ਰਹੋਗੇ ਨਾ, ਕੁਛ ਨਾ ਕੁਛ ਤੁਹਾਨੂੰ ਨਾ ਸਿੱਖਣ ਵਾਸਤੇ ਜ਼ਰੂਰ ਮਿਲਦਾ ਰਹਿੰਦਾ। ਅੱਜ ਨਾ ਮੈਂ ਆਪਣੇ ਉਸਤਾਦ ਦੇ ਕੋਲ ਬੈਠਾ ਸੀਗਾ। ਕਹਿੰਦੇ ਕਿ ਉਸਤਾਦਾਂ ਦੇ ਕੋਲ ਨਾ ਉਸਤਾਦ ਹੀ ਹੁੰਦਾ, ਸ਼ਾਗਿਰਦ ਭਾਵਾਂ ਮਤਲਬ ਕਿ ਜਿੰਨਾ ਮਰਜ਼ੀ ਲੈਵਲ ਤੇ ਚਲੇ ਜਾਵੇ ਨਾ, ਤੇ ਉਹ ਉਸਤਾਦ ਨਹੀਂ ਬਣ ਸਕਦਾ। ਉਸਤਾਦ ਹੀ ਹੁੰਦਾ, ਗੁਰੂ ਹੀ ਹੁੰਦਾ। ਜਿਸ ਤਰ੍ਹਾਂ ਕਹਿੰਦੇ ਨਾ ਕਿ ਗੁਰੂ ਹੀ ਹੁੰਦਾ, ਤੇ ਉਸਤਾਦ ਦੀ ਬਰਾਬਰੀ ਸ਼ਾਗਿਰਦ ਕਦੀ ਵੀ ਨਹੀਂ ਕਰ ਸਕਦਾ। ਤੇ ਜਦੋਂ ਵੀ ਉਸਤਾਦ ਦੇ ਨਾਲ ਤੁਸੀਂ ਗੁਫ਼ਤਗੂ ਕਰੋਗੇ, ਆਪਣੇ ਮਤਲਬ ਬਜ਼ੁਰਗਾਂ ਦੇ ਨਾਲ, ਆਪਣੇ ਵੱਡਿਆਂ ਦੇ ਨਾਲ, ਆਪਣੇ ਸਿਆਣਿਆਂ ਦੇ ਨਾਲ, ਆਪਣੇ ਤੋਂ ਯਾਨੀ ਕਿ ਜ਼ਿਆਦਾ ਤਜਰਬੇ ਵਾਲਿਆਂ ਨਾਲ, ਉਹਨਾਂ ਕੋਲੋਂ ਕੁਛ ਨਾ ਸਿੱਖਣ ਨੂੰ ਤੁਹਾਨੂੰ ਜ਼ਰੂਰ ਮਿਲਦਾ। ਉਹ ਕਹਿੰਦੇ ਨਾ ਕਿ ਅਗਰ ਬੇਟੇ ਦੇ ਬਾਪ ਦੀ ਜੁੱਤੀ ਪੂਰੀ ਆ ਜਾਵੇ ਨਾ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਬਾਪ ਬਣ ਗਿਆ। ਜਿਹੜਾ ਬਾਪ ਹੁੰਦਾ ਨਾ, ਉਹ ਬਾਪ ਹੀ ਰਹਿੰਦਾ। ਕਿਉਂਕਿ ਜਿਹੜਾ ਬਾਪ ਦਾ ਨਾਮ ਆ ਨਾ, ਉਹ ਔਲਾਦ ਦੇ ਨਾਲ ਤਾ ਹਯਾਤ ਜੁੜ ਜਾਂਦਾ। ਔਰ ਉਦੋਂ ਤੱਕ ਰਹਿੰਦਾ ਕਿ ਜਦੋਂ ਤੱਕ ਅਸੀਂ ਮਤਲਬ ਦੁਨੀਆ ਤੋਂ ਹਰ ਕਿਸੇ ਨੇ ਜਾਣਾ ਹੀ ਜਾਣਾ। ਜਦੋਂ ਦੁਨੀਆ ਤੇ ਜਾਣਾ ਹੈ ਨਾ, ਸਾਨੂੰ ਸਾਡੇ ਨਾਮ ਦੇ ਨਾਲ ਤਾਂ ਜਿਹੜਾ ਪੁਕਾਰਿਆ ਜਾਣਾ ਹੀ ਜਾਣਾ ਵਾ। ਤੇ ਸਾਡੇ ਬਾਪ ਦੇ ਨਾਲ ਨਾਮ ਲਾ ਕੇ ਫਿਰ ਯਾਨੀ ਕਿ ਸਾਡਾ ਨਾਮ ਆਉਣਾ ਵਾ ਕਿ ਫਲਾਨੇ ਦਾ ਬੇਟਾ, ਠੀਕ ਆ, ਫਲਾਨੇ ਦਾ ਬੇਟਾ। ਇਸ ਤਰ੍ਹਾਂ ਮਤਲਬ ਕਿ ਸਾਨੂੰ ਪੁਕਾਰਿਆ ਜਾਣਾ। ਅੱਜ ਨਾ ਆਪਣੇ ਉਸਤਾਦ ਦੇ ਨਾਲ ਸੀਗਾ ਤੇ ਗੱਲ ਹੋਣ ਲੱਗ ਪਈ ਮਤਲਬ ਕਿ ਦੁਨੀਆਦਾਰੀ ਦੇ ਨਿਜ਼ਾਮ ਦੇ ਨਾਲ, ਕਿ ਅਸੀਂ ਪ੍ਰਦੇਸਾਂ ਦੇ ਵਿੱਚ ਆ, ਅਸੀਂ ਮਤਲਬ ਕਿ ਸਾਡੀਆਂ ਫੈਮਿਲੀ ਜਿਹੜੀ ਆ, ਸਾਡੀ ਬੀਵੀ ਬੱਚੇ ਆ, ਉਹਨਾਂ ਨੂੰ ਸਾਡੀ ਕਮੀ ਮਹਿਸੂਸ ਹੁੰਦੀ ਆ। ਔਰ ਸਾਡੀ ਜਿਹੜੀ ਕਮੀ ਆ ਨਾ, ਉਹ ਪੈਸਾ ਤਾਂ ਨਹੀਂ ਪੂਰੀ ਕਰ ਸਕਦਾ, ਲੇਕਿਨ ਜਿਹੜੀ ਇਨਸਾਨ ਦੀ ਕਮੀ ਹੁੰਦੀ ਨਾ, ਉਹ ਇੱਕ ਇਨਸਾਨ ਹੀ ਪੂਰੀ ਕਰ ਸਕਦਾ। ਇਨਸਾਨ ਉਹ ਮਤਲਬ ਕਿ ਨਾਲ ਹੋਵੇ ਤੇ ਉਹ ਕਮੀ ਪੂਰੀ ਹੁੰਦੀ ਆ। ਲੇਕਿਨ ਉਸਤਾਦ ਕਹਿੰਦੇ ਕਿ ਯਾਰ ਅਸੀਂ ਅਗਰ ਦੂਰ ਆ ਨਾ, ਉਹਨਾਂ ਦੀਆਂ ਖੁਸ਼ੀਆਂ ਦੀ ਖਾਤਰ ਆ, ਉਹਨਾਂ ਨੂੰ ਅਸੀਂ ਖੁਸ਼ੀ ਦੇਣ ਵਾਸਤੇ ਅਸੀਂ ਮਤਲਬ ਕਿ ਆਪਣੇ ਉਹਨਾਂ ਤੋਂ ਦੂਰ ਆ। ਉਹਨਾਂ ਨੂੰ ਕੋਸ਼ਿਸ਼ ਕਰੀਦੀ ਹੈ ਕਿ ਯਾਰ ਹਰ ਖੁਆਇਸ਼ ਨਾਲ ਉਹਨਾਂ ਦੀ ਅਸੀਂ ਦੂਰ ਰਹਿ ਕੇ ਉਹਨਾਂ ਦੀ ਉਹ ਖੁਆਇਸ਼ ਪੂਰੀ ਕਰ ਸਕੀਏ। ਲਿਹਾਜ਼ਾ ਲੇਕਿਨ ਜਿਹੜੀ ਖੁਆਇਸ਼ ਹੁੰਦੀ ਹੈ ਨਾ, ਉਹ ਇਨਸਾਨ ਪੈਸੇ ਨਾਲ ਤਾਂ ਪੂਰੀ ਕਰ ਸਕਦਾ, ਲੇਕਿਨ ਜਿਹੜੀ ਇਨਸਾਨ ਦੀ ਜ਼ਰੂਰਤ ਹੁੰਦੀ ਨਾ, ਮਤਲਬ ਕਿ ਇੱਕ ਇਨਸਾਨ ਦੀ ਸਾਥੀ ਦੀ ਜ਼ਰੂਰਤ ਹੁੰਦੀ ਆ, ਜਾਂ ਇਨਸਾਨ ਦੇ ਨਾਲ ਕੋਈ ਮਤਲਬ ਕਿ ਜਿਹੜੀ ਗੁਫ਼ਤਗੂ ਬੈਠ ਕੇ ਕਰ ਲੈਣੀ, ਜਾਂ ਫੇਸ ਟੂ ਫੇਸ ਬੈਠ ਕੇ ਗੱਲ ਕਰ ਲੈਣੀ। ਪੈਸੇ ਨਾਲ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨਾ, ਉਹਨਾਂ ਦੀ ਕਮੀ ਪੂਰੀ ਹੋ ਜਾਂਦੀ ਆ। ਲੇਕਿਨ ਜਿਹੜੀ ਇਨਸਾਨ ਦੀ ਕਮੀ ਆ ਨਾ, ਉਹ ਪੈਸਾ ਕਦੇ ਵੀ ਨਹੀਂ ਪੂਰੀ ਕਰਦਾ। ਅਗਰ ਅਸੀਂ ਪ੍ਰਦੇਸਾਂ ਦੇ ਵਿੱਚ ਰਹਿ ਕੇ ਆਪਣੀਆਂ ਖੁਸ਼ੀਆਂ ਮਾਰ ਕੇ, ਮਤਲਬ ਕਿ ਇੱਕ ਕੋਈ ਰਿਸ਼ਤਾ ਨਾ, ਕਿ ਮਤਲਬ ਮੈਂ ਪ੍ਰਦੇਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ, ਮੇਰੇ ਨਾਲ ਅਗਰ ਮੈਂ ਸੋਚਾਂ ਨਾ, ਜਾਂ ਤੁਸੀਂ ਸੋਚੋ ਵੀ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਮੇਰੇ ਇੱਕ ਆਪਣੀ ਪ੍ਰਦੇਸ ਕੱਟਣ ਦੇ ਨਾਲ ਉਹ ਖੁਸ਼ ਆ। ਇੱਕ ਪ੍ਰਦੇਸੀ ਦੇ ਨਾਲ ਨਾ, ਇੱਕ ਪ੍ਰਦੇਸੀ ਦੇ ਨਾਲ ਕਿੰਨੀਆਂ ਯਾਰ ਜ਼ਿੰਦਗੀਆਂ ਹੁੰਦੀਆਂ ਜਿਹੜੀਆਂ ਜੁੜੀਆਂ ਹੁੰਦੀਆਂ। ਇੱਕ ਕੁਰਬਾਨੀ ਦੇ ਰਿਹਾ ਹੁੰਦਾ ਤੇ ਪਿੱਛੇ ਕਿੰਨੀਆਂ ਜ਼ਿੰਦਗੀਆਂ ਨੂੰ ਖੁਸ਼ੀ ਦੇ ਰਿਹਾ ਹੁੰਦਾ। ਲੇਕਿਨ ਆਪਣੀ ਜਿਹੜੀ ਖੁਸ਼ੀ ਹੁੰਦੀ ਹੈ ਨਾ, ਉਹ ਬਾਸ ਟਾਈਮ ਖੁਦ ਨੂੰ ਇੰਨਾ ਕੁ ਤਨਹਾ ਮਹਿਸੂਸ ਕਰਦਾ ਕਿ ਯਾਰ ਫਿਰ ਨਾ ਉਹ ਕਿੱਦਾਂ ਕਹਿੰਦੇ ਹੁੰਦੇ ਆ, ਜਦੋਂ ਅੱਗੋਂ ਮਤਲਬ ਕਿ ਕਾਲ ਕਰਦਾ ਜਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਉਹ ਆਪਣੇ ਕੰਮਾਂ 'ਚ ਮਸਰੂਫ ਹੁੰਦੇ ਆ, ਉਹਨਾਂ ਕੋਲ ਟਾਈਮ ਨਹੀਂ ਹੁੰਦਾ। ਤੇ ਉਹ ਜਿਹੜੀ ਕਮੀ ਹੁੰਦੀ ਨਾ, ਉਹ ਮਤਲਬ ਕਿ ਉਹ ਤਨਹਾਈ ਹੁੰਦੀ ਆ, ਉਹ ਫਿਰ ਸਾਡੀ ਡਬਲ ਹੋ ਜਾਂਦੀ ਆ। ਕੋਸ਼ਿਸ਼ ਹੁੰਦੀ ਹੈ ਕਿ ਯਾਰ ਅਸੀਂ ਜਿਹੜੀ ਨਾ ਤਨਹਾਈ ਆਪਣੇ ਨਾਲ ਗੱਲ ਕਰਕੇ ਯਾਰ ਸਾਡਾ ਥੋੜਾ ਜਿਹਾ ਮਨ ਹਲਕਾ ਹੋ ਜਾਏਗਾ, ਉਹਨਾਂ ਨਾਲ ਗੱਲ ਕਰਾਂਗੇ ਤੇ ਹੋ ਸਕਦਾ ਸਾਨੂੰ ਕੋਈ ਮਤਲਬ ਕਿ ਅੱਛੀ ਗੱਲ ਮਿਲ ਜਾਵੇ। ਕੋਈ ਯਾਰ ਮਾਈਂਡ ਇਹ ਹੁੰਦਾ ਕਿ ਯਾਰ ਘਰ ਦੀ ਖੈਰ ਖਬਰ ਹੋਵੇ, ਮਤਲਬ ਘਰ ਸਾਰੀ ਖੈਰ ਹੋਵੇ। ਜਿੰਨੀ ਦੇਰ ਘਰ ਦੇ ਵਿੱਚ ਖੈਰ ਹੈ ਨਾ,
ਉਨੀ ਦੇਰ ਅਸੀਂ ਖੁਸ਼ ਹਾਂ। ਅਗਰ ਘਰ ਦੇ ਵਿੱਚ ਛੋਟੀ ਜਿਹੀ ਵੀ ਪਰੇਸ਼ਾਨੀ ਆ ਜਾਂਦੀ ਹੈ ਨਾ, ਕਸਮ ਬਾ ਖੁਦਾ ਕਿ ਜਿਹੜਾ ਪ੍ਰਦੇਸ਼ ਦੇ ਵਿੱਚ ਬੈਠ ਕੇ ਸਾਨੂੰ ਉਹ ਮਤਲਬ ਕਿ ਘਰ ਇੱਕ ਮਿਸਾਲ ਕਹਿ ਲਓ, ਫੈਮਿਲੀ ਦੇ ਵਿੱਚ ਕਿਸੇ ਨੂੰ ਅਗਰ ਸਿਰ ਦੀ ਦਰਦ ਵੀ ਹੁੰਦੀ ਹੈ ਨਾ, ਉਹ ਵੀ ਦੱਸ ਦਿੰਦੇ ਆ ਕਿ ਯਾਰ ਸਾਡੇ ਸਿਰ ਨੂੰ ਦਰਦ ਆ, ਜਾਂ ਕੋਈ ਮਤਲਬ ਕੋਈ ਬਿਮਾਰ ਹੋ ਗਿਆ ਜਾਂ ਕੋਈ ਕੁਛ ਵੀ ਲਾ ਲਓ, ਤੇ ਅਗਰ ਉਹ ਉੱਥੇ ਪਰੇਸ਼ਾਨ ਹੁੰਦੇ ਆ। ਮੇਰੇ ਉਸਤਾਦ ਆ ਗਏ ਸੀ, ਮੈਂ ਇਸ ਵਜ੍ਹਾ ਤੋਂ ਖਾਮੋਸ਼ ਹੋ ਗਿਆ। ਔਰ ਕਹਿੰਦੇ ਕਿ ਅਗਰ ਘਰ ਦੇ ਵਿੱਚ ਕਿਸੇ ਨੂੰ ਮਤਲਬ ਕਿ ਕੋਈ ਵੀ ਪਰੇਸ਼ਾਨੀ ਆ ਜਾਂ ਕੋਈ ਬਿਮਾਰ ਹੋ ਜਾਂਦਾ ਨਾ, ਕਸਮ ਬਾ ਖੁਦਾ ਜਿਹੜੀ ਸਾਡੇ ਦਿਲ ਤੇ ਇੱਥੇ ਗੁਜ਼ਰਦੀ ਆ ਨਾ, ਉਹ ਜਿਹੜਾ ਪ੍ਰਦੇਸ਼ ਦੇ ਵਿੱਚ ਰਹਿਣ ਵਾਲਾ ਇਕੱਲਾ ਹੁੰਦਾ ਨਾ, ਇਹ ਉਹੀ ਮਹਿਸੂਸ ਕਰ ਸਕਦਾ। ਜਿਹੜਾ 5-7 ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਰਹਿੰਦਾ ਨਾ, ਉਹਨੂੰ ਬਾਅਦ ਟਾਈਮ ਤਾਂ ਇਸ ਤਰ੍ਹਾਂ ਵੀ ਹੁੰਦਾ ਕਿ ਉਹਨੂੰ ਖਿਆਲ ਵੀ ਨਹੀਂ ਹੁੰਦਾ ਕਿ ਯਾਰ ਉਹ ਵੀ ਪਿੱਛੇ ਹੈਗਾ, ਮਤਲਬ ਕਿ ਕੋਈ ਤੁਹਾਡੀ ਖਾਤਰ ਐਡੀ ਦੂਰ ਜਾ ਕੇ ਬੈਠਾ, ਉਹਨੂੰ ਵੀ ਤੁਹਾਡੀ ਜ਼ਰੂਰਤ ਹੈਗੀ ਆ, ਇਸ ਤਰ੍ਹਾਂ ਵੀ ਹੁੰਦੀ ਆ। ਤੇ ਜਿਹੜੇ ਘਰਾਂ ਦੇ ਵਿੱਚ ਆਪਣੀਆਂ ਫੈਮਲੀਆਂ ਦੇ ਵਿੱਚ ਨਾ, ਅਗਰ ਉਹਨਾਂ ਦਾ ਕੋਈ ਪ੍ਰਦੇਸ਼ ਦੇ ਵਿੱਚ ਬੈਠਾ ਨਾ, ਤੇ ਯਾਰ ਤੁਹਾਡੀ ਮਿਹਰਬਾਨੀ ਆ, ਉਹਨੂੰ ਥੋੜਾ ਜਿਹਾ ਟਾਈਮ ਦੇ ਦਿਆ ਕਰੋ। ਉਹ ਹੋ ਸਕਦਾ ਕਿ ਤੁਹਾਡੇ ਥੋੜੇ ਜਿਹੇ ਟਾਈਮ ਦੇ ਨਾਲ ਨਾ ਉਹਨੂੰ ਕੋਈ ਉਹਦੇ ਵਾਸਤੇ ਅੱਛਾ ਇੱਕ ਚੀਜ਼ ਹੋਰ ਆ, ਉਹਦੇ ਵਾਸਤੇ ਛੋਟੀ ਜਿਹੀ ਖੁਸ਼ੀ ਜਿਹੜੀ ਹੈ ਨਾ, ਛੋਟੀ ਜਿਹੀ ਖੁਸ਼ੀ ਵੀ ਯਕੀਨ ਮੰਨੋ ਪਹਾੜ ਵਰਗੀ ਖੁਸ਼ੀ ਲੱਗਦੀ ਉਹਨੂੰ। ਅਗਰ ਤੁਹਾਡੇ ਵੱਲੋਂ ਛੋਟਾ ਜਿਹਾ ਦੁੱਖ ਵੀ ਆਇਆ ਨਾ, ਛੋਟਾ ਜਿਹਾ ਗਮ ਵੀ ਆਇਆ ਮਿਲਿਆ ਉਹਨੂੰ, ਤੇ ਉਹਨੂੰ ਉਹ ਵੀ ਜਿਹੜਾ ਕੀ ਕਹਿੰਦੇ ਦੁੱਖ ਦਿੱਤਾ ਨਾ, ਜਾਂ ਉਹ ਵੀ ਉਹ ਪਰੇਸ਼ਾਨੀ ਆ ਜਾਂ ਉਹ ਕੀ ਕਹਿੰਦੇ ਗਮ ਆ, ਉਹ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਯਾਰ ਜਿਸ ਤਰ੍ਹਾਂ ਉਹ ਕਹਿ ਲਓ ਕਿ ਹੁਣ ਮੈਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ, ਕਿ ਪਹਾੜ ਹੀ ਲਾ ਲਓ ਯਾਰ, ਪਹਾੜ ਹੀ ਸਮਝਦਾ ਉਹ ਤੋਂ ਕਿ ਜਿਹੜਾ ਪ੍ਰਦੇਸ਼ ਦੇ ਵਿੱਚ ਰਹਿੰਦਾ ਹੁੰਦਾ ਨਾ, ਉਹਦੀ ਫੀਲਿੰਗ ਨੂੰ ਇੱਕ ਪ੍ਰਦੇਸ਼ ਦੇ ਵਿੱਚ ਰਹਿਣ ਵਾਲਾ ਹੀ ਸਮਝ ਸਕਦਾ, ਨਾ ਕਿ ਜਿਹੜੇ 4 ਬੰਦਿਆਂ ਦੇ ਵਿੱਚ ਫੈਮਿਲੀ ਦੇ ਵਿੱਚ ਆਪਣੇ ਦੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਰਹਿੰਦੇ ਆ ਨਾ, ਉਹ ਕਦੀ ਵੀ ਨਹੀਂ ਉਹਨੂੰ ਸਮਝ ਸਕਦੇ ਕਿ ਉਹ ਪ੍ਰਦੇਸ਼ ਦੇ ਵਿੱਚ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ। ਲਿਹਾਜ਼ਾ ਤੇ ਅੱਜ ਦੀ ਜਿਹੜੀ ਮੇਰੀ ਵੀਡੀਓ ਆ ਨਾ, ਇੱਥੇ ਤੱਕ ਹੀ ਆ। ਔਰ ਮੇਰੀ ਵੀਡੀਓ ਦੇਖ ਕੇ ਆਪਣੀ ਰਾਏ ਦਾ ਇਜ਼ਹਾਰ ਯਾਰ ਜ਼ਰੂਰ ਦਿਆ ਕਰੋ, ਔਰ ਅੱਛਾ ਜਿਹਾ ਇੱਕ ਕਮੈਂਟਸ ਕਰ ਦਿਆ ਕਰੋ ਕਿ ਮੇਰੀ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਕਿ ਯਾਰ ਮੇਰੀ ਕਿਸੇ ਨੇ ਇੱਕ ਗੱਲ ਸੁਣੀ ਆ ਔਰ ਕਿਸੇ ਨੂੰ ਮੇਰੀ ਗੱਲ ਅੱਛੀ ਲੱਗੀ ਆ, ਤੇ ਲਾਈਕ ਤਾਂ ਤੁਸੀਂ ਕਰ ਹੀ ਦੇਣਾ ਫਿਰ। ਤੇ ਬਾਕੀ ਮਿਲਦੇ ਹਾਂ ਅੱਗੇ ਕਿਸੇ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼। ਅੱਜ ਦੀ ਵੀਡੀਓ ਇੱਥੇ ਤੱਕ ਸੀ। ਮੁਹੰਮਦ ਉਸਮਾਨ ਨੂੰ ਦੇ ਇਜਾਜ਼ਤ। ਅੱਲਾ ਹਾਫਿਜ਼।